चमर पोस का मंदर तेरा, एह बिद बने गोपाला। छपन कोट का पेहन तेरा, 16 सहस इजारा। पार 18 मुदगर तेरा, सहनक सब संसारा। देही महजिद मन मौलाना, सहज निवाज गुजारै। बीबी कौला सो कायन तेरा, निरंकार आकार। भगत करत मेरे ताल शिनाए, के पै करूं पुकारा। नामे का स्वामी अंतर जामी, फिरे सगल बेदेसवा। भगत करत मेरे ताल शिनाए, के पै करूं पुकारा। नामे का स्वामी अंतर जामी, फिरे सगल बेदेसवा। वाहिगुरु जी का खालसा, वाहिगुरु जी की फतेह। परम सन्मान सत्कार योग धन धन सतगुरु गुरु ग्रंथ ਸਾਹਿਬ जी महाराज, दसां पातशाहियां ਅਤੇ ਪ੍ਰਮਾਣਿਕ ਭਗਤਾਂ ਦੇ ਆਤਮਿਕ ਸਰੂਪ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ, ਸਰਬ ਮਾਨਵਤਾ ਦੇ ਸਾਂਝੇ ਰਹਿਬਰ, ਸਾਂਝੇ ਪੈਗੰਬਰ, ਸਾਂਝੇ ਸਤਿਗੁਰੂ, ਰੱਬੀ ਗਿਆਨ ਦੇ ਭੰਡਾਰ, ਰੱਬੀ ਗੁਣਾਂ ਦੇ ਸਾਗਰ, ਮਾਨਵ ਜਾਤੀ ਮਨੁੱਖਤਾ ਦੇ ਲਈ ਜੀਵਨ ਜਾਚ, ਸਾਹਿਬ ਸਤਿਗੁਰੂ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਸ਼ੋਭਿਤ, ਗੁਰੂ ਪਿਆਰ ਦੇ ਮੁਤਲਾਸ਼ੀ, ਗੁਰਮਤਿ ਗਿਆਨ ਦੇ ਚਾਹਵਾਨ, ਗੁਰੂ ਸਵਾਰੇ ਗੁਰਮੁਖ ਮਾਈ ਭਾਈ, ਇਲਾਹੀ ਬਾਣੀ, ਰੱਬੀ ਸਿਫਤ ਸਲਾਹ, ਖੁਦਾ ਦੀ ਇਬਾਦਤ, ਅੰਮ੍ਰਿਤਮਈ ਬਾਣੀ ਦੇ ਜਾਪ, ਪਵਿੱਤਰ ਬਾਣੀ ਦਾ ਕੀਰਤਨ, ਆਪ ਗੁਰੂ ਸਵਾਰੀਆਂ ਰੂਹਾਂ ਨੇ ਸਰਵਣ ਕੀਤਾ ਹੈ। ਕੁਝ ਗੁਰਦੇਵ ਪਾਤਸ਼ਾਹ ਜੀ ਦੇ ਹਜ਼ੂਰ ਸੁਭਾਏਮਾਨ ਤਨ ਕਰਕੇ ਬੈਠ ਕੇ ਇਲਾਹੀ ਬਾਣੀ ਦਾ ਆਨੰਦ ਮਾਣ ਰਹੇ ਨੇ। ਕਈ ਇੱਕ ਗੁਰੂ ਸਵਾਰੀਆਂ ਰੂਹਾਂ ਘਰਾਂ ਦੇ ਵਿੱਚ ਬੈਠ ਕੇ, ਦੂਰ ਦੁਰਾਡੇ ਦੇਸ਼ ਵਿਦੇਸ਼ ਵਿੱਚ ਬੈਠ ਕੇ ਇਸ ਪਾਵਨ ਅਸਥਾਨ ਦਾ ਆਨੰਦ ਗੁਰਬਾਣੀ ਕੀਰਤਨ, ਗੁਰਬਾਣੀ ਪਾਠ ਰੂਪ ਦੇ ਵਿੱਚ ਮਾਣ ਰਹੀਆਂ ਨੇ। ਤਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਸੁਭਾਗਾ ਅਵਸਰ ਪ੍ਰਾਪਤ ਹੋਇਆ ਅੰਮ੍ਰਿਤਮਈ ਬਾਣੀ ਨੂੰ ਪੜ੍ਹਨ ਦਾ, ਸੁਣਨ ਦਾ, ਗੁਰੂ ਕੇ ਦੀਦਾਰ ਕਰਨ ਦਾ। ਆਓ ਗੁਰੂ ਸਵਾਰਿਓ, ਗੁਰੂ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਆਪਾਂ ਤਨ ਮਨ ਧਨ ਕਰਕੇ ਹਾਜ਼ਰੀ ਭਰਦਿਆਂ ਹੋਇਆਂ ਸਾਹਿਬ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਸਾਰੀ ਸੰਗਤ ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਅਧੀਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਾਵਨ ਸ਼ਬਦ ਹੈ, ਦਾਸ ਨੇ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਰੱਬੀ ਭਗਤ, ਰੱਬੀ ਦਰਵੇਸ਼, ਰੱਬ ਦੇ ਪਿਆਰੇ,
ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਰੇ ਹੋਏ ਅੰਮ੍ਰਿਤ ਬਚਨ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਭਗਤ ਸਹਿਬਾਨ ਜੀ ਦੇ ਅੰਮ੍ਰਿਤ ਬੋਲ ਸੁਭਾਏਮਾਨ ਨੇ। ਉਹਨਾਂ 15 ਭਗਤਾਂ ਦੇ ਵਿੱਚ ਭਗਤ ਨਾਮਦੇਵ ਜੀ, ਜੋ ਮਹਾਰਾਸ਼ਟਰਾ ਦੇ ਵਸਨੀਕ ਕਿੱਤੇ ਵਜੋਂ, ਪਿਤਾ ਪੁਰਖੀ ਧੰਦੇ ਵਜੋਂ ਜੋ ਕੱਪੜਿਆਂ ਨੂੰ ਰੰਗਣ ਦਾ ਕੰਮ ਕਰਦੇ ਹਨ, ਲਿਲਾਰੀ ਦਾ ਕੰਮ, ਇਹ ਕਿਰਤ ਹੈ ਭਗਤ ਨਾਮਦੇਵ ਜੀ ਦੀ। ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪੰਨਾ 1167 ਤੇ ਸੁਭਾਏਮਾਨ ਹੈ। ਭੈਰੋ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਅਖੀਰਲਾ ਸ਼ਬਦ ਹੈ ਰਾਗ ਦਾ। 2 ਸ਼ਬਦ ਭਗਤ ਨਾਮਦੇਵ ਜੀ ਦੇ ਇਸ ਰਾਗ ਦੇ ਵਿੱਚ ਦਰਜ ਨੇ। ਇੱਕ ਦੀ ਵਿਚਾਰ ਆਪ ਜੀ ਨੇ ਪਿੱਛੇ ਸਰਵਣ ਕੀਤੀ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਅੱਜ ਦਾ ਜੋ ਪਾਵਨ ਸ਼ਬਦ ਹੈ, ਬੜਾ ਹੀ ਪਿਆਰਾ ਸ਼ਬਦ ਹੈ। ਵੈਸੇ ਤਾਂ ਰੱਬੀ ਭਗਤਾਂ ਦੀ ਮੁਬਾਰਕ ਰਸਨਾ ਤੋਂ ਉਚਰਿਆ ਹੋਇਆ ਇੱਕ ਇੱਕ ਪਾਵਨ ਬੋਲ ਅੰਮ੍ਰਿਤ ਰਸ ਭਰਪੂਰ ਹੈ, ਜੋ ਸਾਨੂੰ ਆਤਮਿਕ ਜ਼ਿੰਦਗੀ ਬਖਸ਼ਦਾ ਹੈ। ਕੋਈ ਇੱਕ ਸ਼ਬਦ ਐਸੇ ਹੁੰਦੇ ਨੇ ਜਿਹੜੇ ਸਾਡੇ ਮਨ ਨੂੰ, ਸਾਡੇ ਹਿਰਦੇ ਨੂੰ ਟੁੰਬਦੇ ਹਨ। ਸਾਡਾ ਇਹ ਸੁੱਤਾ ਹੋਇਆ ਮਨ ਜਾਗ ਪੈਂਦਾ ਹੈ। ਤਾਂ ਹੀ ਤਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਚਨ ਬਖਸ਼ਿਸ਼ ਕੀਤਾ ਹੈ ਕਿ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਭਗਤ ਰਾਮਾਨੰਦ ਜੀ ਦੇ ਅੰਮ੍ਰਿਤ ਬਚਨ ਨੇ। ਭਗਤ ਜੀ ਕਹਿੰਦੇ ਨੇ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰੂ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਕਾ ਸ਼ਬਦ, ਇਸ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ, ਇੰਨੀ ਸਮਰੱਥਾ ਹੈ ਕਿ ਸਾਡੇ ਕਈ ਜਨਮਾਂ ਦੇ ਕਮਾਏ ਹੋਏ ਕਰੋੜਾਂ ਪਾਪਾਂ ਦਾ ਨਾਸ਼ ਗੁਰੂ ਕਾ ਸ਼ਬਦ ਇੱਕ ਛਿਨ ਦੇ ਵਿੱਚ ਕਰ ਦਿੰਦਾ ਹੈ। ਪਰ ਸ਼ਰਤ, ਜੇ ਸਾਡਾ ਮਨ ਗੁਰੂ ਕੇ ਸ਼ਬਦ ਨੂੰ ਧਿਆਨ ਨਾਲ ਸੁਣ ਲਵੇ। ਗੁਰੂ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਪਾਪ ਕਰਮਾਂ ਨੂੰ ਕੱਟਦਾ ਗੁਰੂ ਕਾ ਸ਼ਬਦ। ਇਹ ਰਾਮਾਨੰਦ ਜੀ ਦਾ ਬਚਨ ਹੈ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰੂ ਕਾ ਸ਼ਬਦ ਕਾਟੈ ਕੋਟ ਕਰਮ। ਭਗਤ ਨਾਮਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਨ੍ਹਾਂ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਲੋਕਾਂ ਦੇ ਵਿੱਚ ਐਸਾ ਜ਼ਿਕਰ ਵੀ ਕੀਤਾ ਹੈ ਕਿ ਜਦੋਂ ਪੰਡਤ ਤਰਲੋਚਨ ਜੀ, ਭਗਤ ਤਰਲੋਚਨ ਜੀ, ਉਹ ਵੀ ਮਹਾਰਾਸ਼ਟਰਾ ਦੇ ਰਹਿਣ ਵਾਲੇ ਸਨ। ਆਮ ਦੁਨਿਆਵੀ ਨਜ਼ਰੀਏ ਮੁਤਾਬਕ ਭਗਤ ਤਰਲੋਚਨ ਜੀ ਪੰਡਤ ਸਨ, ਬ੍ਰਾਹਮਣ ਸਨ, ਤੇ ਨਾਮਦੇਵ ਜੀ ਸੰਸਾਰ ਦੇ ਨਜ਼ਰੀਏ ਮੁਤਾਬਕ ਅਖੌਤੀ ਸ਼ੂਦਰ ਅਖਵਾਉਂਦੇ ਸਨ। ਜਦੋਂ ਪੰਡਤ ਤਰਲੋਚਨ ਜੀ ਨੇ ਦੇਖਿਆ ਕਿ ਨਾਮਦੇਵ ਦਾ ਨਾਮਣਾ ਮਹਾਰਾਸ਼ਟਰਾ ਦੇ ਵਿੱਚ ਬਹੁਤ ਹੈ, ਹਰ ਪਾਸੇ ਇਹੀ ਸੁਣਾਈ ਦਿੰਦਾ ਹੈ ਕਿ ਨਾਮਦੇਵ ਭਗਤ ਹੈ, ਨਾਮਦੇਵ ਬੜੀ ਭਗਤੀ ਕਰ ਰਿਹਾ ਹੈ। ਤੇ ਪੰਡਤ ਤਰਲੋਚਨ ਜੀ ਦੇ ਮਨ ਅੰਦਰ ਖਿਆਲ ਆਉਂਦਾ ਹੈ ਕਿ ਮੈਂ ਜਾ ਕੇ ਦੇਖਾਂ ਤਾਂ ਸਹੀ ਕਿ ਉਹ ਭਗਤੀ ਕਰਦਾ ਕਿਵੇਂ ਹੈ। ਪੰਡਤ ਤਰਲੋਚਨ ਜੀ ਨਾਮਦੇਵ ਜੀ ਨੂੰ ਭਗਤੀ ਕਰਦੇ ਨੂੰ ਦੇਖਣ ਵਾਸਤੇ ਉਹਨਾਂ ਦੇ ਅਸਥਾਨ 'ਤੇ ਗਏ। ਜਾ ਕੇ ਕੀ ਦੇਖਿਆ ਕਿ ਨਾਮਦੇਵ ਆਪਣਾ ਪਿਤਾ ਪੁਰਖੀ ਧੰਦਾ ਕਰ ਰਿਹਾ ਹੈ। ਜਿਹੜੀ ਕਿਰਤ ਵਿਰਾਸਤ ਵਿੱਚ, ਵਿਰਸੇ ਦੇ ਵਿੱਚ ਮਾਂ ਬਾਪ ਤੋਂ ਨਾਮਦੇਵ ਨੂੰ ਪ੍ਰਾਪਤ ਹੋਈ, ਨਾਮਦੇਵ ਜੀ ਉਹ ਕਿਰਤ ਕਰ ਰਹੇ ਨੇ। ਜਿਵੇਂ ਆਪਾਂ ਕਹਿ ਲਈਏ ਕਿ ਜੇ ਪਿਤਾ ਕਿਰਸਾਨ ਹੈ ਤੇ ਗਾਂ ਬੱਚਾ ਵੀ ਕਿਰਸਾਨ ਹੀ ਹੁੰਦਾ ਹੈ।
ਜੇ ਬਾਪ ਕੋਈ ਆਫੀਸ਼ੀਅਲੀ ਜੌਬ ਕਰ ਰਿਹਾ, ਨੌਕਰੀ ਕਰਦਾ ਹੈ, ਤਾਂ ਉਹਦੀ ਕੋਸ਼ਿਸ਼ ਹੈ ਕਿ ਮੇਰਾ ਪੁੱਤਰ ਵੀ ਅੱਗੇ ਨੌਕਰੀ ਹੀ ਕਰੇ। ਜੇ ਕੋਈ ਬਾਪ ਬਿਜ਼ਨਸ ਦੇ ਵਿੱਚ ਹੈ, ਵਪਾਰ ਦੇ ਵਿੱਚ ਹੈ, ਉਹਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਇੱਕ ਬਹੁਤ ਵੱਡਾ ਬਿਜ਼ਨਸਮੈਨ ਬਣੇ, ਇੱਛਾ ਹੈ। ਵਿਰਸੇ ਦੇ ਵਿੱਚ ਇਹ ਚੀਜ਼ਾਂ ਅੱਗੇ ਬੱਚਿਆਂ ਨੂੰ ਪ੍ਰਾਪਤ ਹੁੰਦੀਆਂ ਨੇ। ਨਾਮਦੇਵ ਜੀ ਨੂੰ ਵਿਰਸੇ ਦੇ ਵਿੱਚ ਇਹ ਕਿਰਤ ਪ੍ਰਾਪਤ ਹੋਈ ਜੋ ਪਿਤਾ ਜੀ ਧੰਦਾ ਕਰਦੇ ਸਨ। ਪਿਤਾ ਪੁਰਖੀ ਧੰਦਾ ਨਾਮਦੇਵ ਜੀ ਨੇ ਕੀਤਾ ਹੈ। ਪੰਡਤ ਤਰਲੋਚਨ ਜੀ ਆਏ, ਆ ਕੇ ਦੇਖਿਆ ਕਿ ਨਾਮਦੇਵ ਕੱਪੜੇ ਰੰਗਣ ਦਾ ਕੰਮ ਕਰ ਰਿਹਾ ਹੈ। ਦੇਖ ਕੇ ਤੇ ਪੰਡਤ ਤਰਲੋਚਨ ਜੀ ਨੇ ਇੱਕ ਵਿਅੰਗ ਕੱਸਿਆ ਨਾਮਦੇਵ ਜੀ ਦੇ ਕੰਮ 'ਤੇ ਕਿ ਤੂੰ ਭਗਤ ਤੇ ਅਖਵਾਉਣਾ, ਪਰ ਭਗਤੀ ਕਰਦਾ ਕਦੋਂ ਹੈ? ਤੂੰ ਤੇ ਮਾਇਆ ਦੇ ਵਿੱਚ ਮੋਹਿਆ ਹੋਇਆ ਹੈ। ਆਮ ਤੇ ਇਹੀ ਸਮਝਿਆ ਜਾਂਦਾ ਨਾ ਕਿ ਜਿਹੜਾ ਬੰਦਾ ਵਿਹਲਾ ਹੋ ਕੇ ਮਾਲਾ ਫੇਰੇ, ਗੁਫਾ ਦੇ ਵਿੱਚ ਬੈਠ ਕੇ ਛੁਪ ਕੇ ਭਗਤੀ ਕਰ ਰਿਹਾ, ਕਹਿੰਦੇ ਜੀ ਭਗਤੀ ਕਰਦਾ ਹੈ। ਭੋਰੇ 'ਚ ਬੈਠਾ ਹੋਇਆ ਭਗਤੀ ਕਰ ਰਿਹਾ ਹੈ, ਮਾਲਾ ਫੇਰ ਰਿਹਾ, ਕਹਿੰਦੇ ਭਗਤੀ ਕਰ ਰਿਹਾ ਹੈ। ਜਿਹੜਾ ਮਨੁੱਖ ਕਿਰਤ ਵਿਰਤ ਕਰਦਾ ਹੋਇਆ ਰੱਬ ਦੀ ਬੰਦਗੀ ਵੀ ਕਰੇ, ਆਮ ਸੰਸਾਰੀ ਲੋਕ ਉਸ 'ਤੇ ਵਿਸ਼ਵਾਸ ਨਹੀਂ ਕਰਦੇ। ਕਹਿੰਦੇ ਇਹ ਭਗਤ ਕਿਵੇਂ ਹੋ ਸਕਦਾ? ਦਿਨ ਰਾਤ ਤੇ ਕੰਮਾਂ ਧੰਦਿਆਂ 'ਚ ਖੁੱਭਿਆ ਰਹਿੰਦਾ ਹੈ। ਇਹ ਕਦੋਂ ਭਗਤੀ ਕਰਦਾ ਹੋਵੇਗਾ? ਇਹ ਕਦੋਂ ਨਾਮ ਜਪਦਾ ਹੋਵੇਗਾ? ਜਦੋਂ ਦੇਖੋ ਇਹ ਕੰਮਕਾਰ ਹੀ ਕਰਦਾ ਹੁੰਦਾ ਹੈ। ਅਤੇ ਜਿਹੜਾ ਬੰਦਾ ਵਿਹਲਾ ਬੈਠਾ ਹੋਵੇ, ਸਾਫ ਸੁਥਰੇ ਕੱਪੜੇ ਪਾਉਂਦਾ ਹੋਵੇ, ਕਦੇ ਕਦੇ ਲੋਕਾਂ ਨੂੰ ਦਿਸਦਾ ਹੋਵੇ, ਲੋਕਾਂ ਨੂੰ ਦਰਸ਼ਨ ਦਿੰਦਾ ਹੋਵੇ, ਅਤੇ ਆਮ ਦੁਨੀਆਦਾਰ ਕਹਿੰਦੇ ਨੇ ਇਹ ਤਾਂ ਭਗਤ ਹੈ, ਇਹ ਭਗਤੀ ਬਹੁਤ ਕਰਦਾ ਹੈ, ਇਹ ਭੋਰੇ ਦੇ ਵਿੱਚੋਂ ਕਦੇ ਕਦੇ ਬਾਹਰ ਨਿਕਲਦਾ ਹੈ, 24 ਘੰਟੇ ਅੰਦਰ ਹੀ ਬੈਠਾ ਰਹਿੰਦਾ ਹੈ, ਇਹ ਬੜੀ ਬੰਦਗੀ ਕਰ ਰਿਹਾ ਹੈ। ਆਮ ਦੁਨੀਆ ਦੀ ਇਹ ਸੋਚ ਹੈ, ਪਰ ਗੁਰਮਤਿ ਦੀ ਇਹ ਸੋਚ ਨਹੀਂ ਜੇ। ਜਦੋਂ ਨਾਮਦੇਵ ਜੀ ਕਿਰਤ ਕਰ ਰਹੇ ਨੇ ਤੇ ਪੰਡਤ ਤਰਲੋਚਨ ਜੀ ਨੇ ਆ ਕੇ ਦੇਖਿਆ ਤਾਂ ਬੰਦਾ ਮਾਇਆ 'ਚ ਫਸਿਆ ਹੋਇਆ ਹੈ। ਇਹ ਤੇ ਕੰਮ ਕਰ ਰਿਹਾ ਹੈ, ਇਹ ਕਦੋਂ ਰੱਬ ਦੀ ਭਗਤੀ ਕਰਦਾ ਹੋਵੇਗਾ? ਤੇ ਤਰਲੋਚਨ ਜੀ ਨੇ ਨਾਮਦੇਵ ਜੀ ਦੇ ਕਿੱਤੇ 'ਤੇ, ਕਿਰਤ 'ਤੇ ਇੱਕ ਵਿਅੰਗ ਕੱਸਿਆ। ਕਹਿਣ ਲੱਗੇ ਕਿ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਤਿਰਲੋਚਨ ਮਿੱਤਰ ਕਹਿਣ ਲੱਗਾ ਕਿ ਨਾਮਦੇਵ ਤੈਨੂੰ ਤਾਂ ਮਾਇਆ ਨੇ ਮੋਹ ਦੇ ਵਿੱਚ ਫਸਾਇਆ ਹੋਇਆ ਹੈ। ਕੰਮਕਾਰ ਕਰਨ ਵਾਲੇ ਬੰਦੇ ਨੂੰ ਆਪਾਂ ਇਹੀ ਕਹਾਂਗੇ ਤੇ ਧੰਦਿਆਂ 'ਚ ਫਸਿਆ ਹੋਇਆ ਹੈ। ਅਤੇ ਆਮ ਦੁਨੀਆਦਾਰ ਬੰਦਾ ਵੀ ਇਹ ਸੋਚ ਕੇ ਬੈਠ ਜਾਂਦਾ ਜੀ ਅਸੀਂ ਦੁਨੀਆਦਾਰ ਬੰਦੇ ਹਾਂ, ਅਸੀਂ ਧੰਦਿਆਂ ਵਿੱਚ ਫਸੇ, ਅਸੀਂ ਬੰਦਗੀ ਕਦੋਂ ਕਰ ਸਕਦੇ ਹਾਂ? ਬੰਦਗੀ ਤਾਂ ਵਿਹਲਿਆਂ ਦਾ ਕੰਮ ਹੈ। ਪਰ ਨਹੀਂ, ਜਦੋਂ ਤਰਲੋਚਨ ਜੀ ਨੇ ਵਿਅੰਗ ਕੱਸਿਆ ਕਿ ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੈ ਰਾਮ ਨ ਲਾਭੋ ਚੀਤ। ਨਾਮਦੇਵ ਤੂੰ ਕੱਪੜੇ ਰੰਗਣ ਦਾ ਕੰਮ ਕਰ ਰਿਹਾ, ਜੇ ਤੂੰ ਭਗਤੀ ਕਰਦਾ ਤੇ ਫਿਰ ਇਹ ਕੰਮ ਕਿਉਂ ਕਰ ਰਿਹਾ ਹੈ? ਜੇ ਇਹ ਕੰਮ ਕਰ ਰਿਹਾ ਤੇ ਫਿਰ ਰੱਬ ਦੇ ਨਾਲ ਚਿੱਤ ਕਦੋਂ ਜੋੜਦਾ ਹੈ? ਅਤੇ ਨਾਮਦੇਵ ਜੀ ਨੇ ਜੋ ਅੱਗੋਂ ਜੁਗਤ ਦੱਸੀ ਰੱਬ ਦੀ ਬੰਦਗੀ ਕਰਨ ਦੇ ਲਈ, ਉਹ ਅੱਜ ਸਾਡੇ ਲਈ ਵੀ ਓਨੀ ਲਾਹੇਵੰਦ ਹੈ। ਕਬੀਰ ਸਾਹਿਬ ਕਹਿੰਦੇ ਨੇ ਨਾਮਦੇਵ ਜੀ ਨੇ ਅੱਗੋਂ ਜਵਾਬ ਦਿੱਤਾ ਸੀ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹੈ ਰੱਬ ਦੀ ਭਗਤੀ ਦਾ ਤਰੀਕਾ। ਮੁਖ ਤੇ ਰਾਮ ਸੰਭਾਲ। ਪਰਮਾਤਮਾ ਨੇ ਜ਼ੁਬਾਨ ਦਿੱਤੀ, ਰਸਨਾ ਦਿੱਤੀ, ਰਸਨਾ ਤੋਂ ਪਰਮੇਸ਼ਰ ਦਾ ਨਾਮ ਜਪਣਾ। ਅੱਗੇ ਭਗਤ ਜੀ ਕਹਿੰਦੇ ਨੇ ਕਿ ਹਾਥ ਪਾਉ ਕਰ ਕਾਮ ਸਭ। ਹੱਥ ਦਿੱਤੇ ਨੇ ਰੱਬ ਨੇ ਕਰਮ ਕਰਨ ਦੇ ਲਈ, ਪੈਰ ਦਿੱਤੇ ਨੇ ਕਰਮ ਕਰਨ ਦੇ ਲਈ, ਕਰਮ ਕਰਨ ਵਾਲੀ ਥਾਂ ਤੱਕ ਜਾਣ ਦੇ ਲਈ, ਅਤੇ ਚੀਤ ਨਿਰੰਜਨ ਨਾਲ। ਚਿੱਤ ਜਿਹੜਾ ਭਗਤ ਜੀ ਕਹਿੰਦੇ ਨੇ ਇਹ ਨਿਰੰਜਨ, ਮਾਇਆ ਦੇ ਪ੍ਰਭਾਵ ਤੋਂ ਰਹਿਤ, ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ। ਚਿੱਤ ਨੂੰ ਜੋੜਨਾ ਹੈ, ਤਨ ਦੇ ਨਾਲ ਕਿਰਤ ਵਿਰਤ ਕਰਨੀ ਹੈ, ਜ਼ਬਾਨ ਤੋਂ ਪਰਮਾਤਮਾ ਦਾ ਨਾਮ ਲੈਣਾ ਹੈ, ਅਤੇ ਚਿੱਤ ਪਰਮਾਤਮਾ ਦੇ ਨਾਲ ਜੋੜਨਾ ਹੈ। ਇਹ ਗੁਰਮਤਿ ਦਾ ਸਿਧਾਂਤ ਹੈ।
ਸਾਨੂੰ ਅੱਜ ਜਾਗਣ ਦੀ ਲੋੜ ਹੈ। ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਸ਼ਬਦ ਵਿਚਾਰ ਸੁਣ ਲਈਦੀ ਹੈ, ਪਰ ਗੁਰਬਾਣੀ 'ਤੇ ਵਿਸ਼ਵਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨਾਂ 'ਤੇ ਭਰੋਸਾ, ਇਹ ਸਾਡਾ ਦੁਨੀਆਦਾਰ ਮਨ ਘੱਟ ਹੀ ਕਰਦਾ ਹੈ। ਉਸ ਭਗਤ ਦੀ ਰਸਨਾ ਤੋਂ ਉਚਰਿਆ ਹੋਇਆ ਸ਼ਬਦ ਜੋ ਅੱਜ ਵਿਚਾਰ ਅਧੀਨ ਹੈ, ਪੰਚਮ ਗੁਰਦੇਵ ਸਤਿਗੁਰੂ ਜੀ ਨੇ ਇਹਦਾ ਸਿਰਲੇਖ ਦਿੱਤਾ, ਨਾਮਦੇਵ। ਨਾਮਦੇਵ ਜੀ ਦਾ ਸ਼ਬਦ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ, ਦੁਨੀਆ ਦੇ ਵਿੱਚ ਇੱਕੋ ਇੱਕ ਪਹਿਲਾ ਤੇ ਆਖਰੀ ਧਾਰਮਿਕ ਗ੍ਰੰਥ ਹੈ। ਵਰਲਡ ਦੇ ਵਿੱਚ ਪਹਿਲਾ ਤੇ ਆਖਰੀ, ਜਿਹੜਾ ਸਮੁੱਚੀ ਮਾਨਵਤਾ ਨੂੰ ਅਸਲ ਗਿਆਨ ਦੀ ਦਾਤ ਦਿੰਦਾ ਹੈ, ਸਮੁੱਚੀ ਮਨੁੱਖਤਾ ਨੂੰ। ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਨੂੰ ਸਮਝਿਆ, ਉਹਦੀ ਸੋਚ ਜਿਹੜੀ ਹੈ ਉਹ ਆਮ ਜ਼ਾਤ ਪਾਤ ਕੌਮ ਕਬੀਲੇ ਦੇ ਹੱਦ ਬੰਨੇ ਤੋਂ ਉੱਪਰ ਉੱਠ ਜਾਂਦੀ ਹੈ। ਜਿਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ, ਇਹਦੇ ਵਿੱਚ ਕੋਈ ਜ਼ਾਤ ਪਾਤ, ਕੋਈ ਕੌਮ ਕਬੀਲੇ ਦੀ ਗੱਲ ਨਹੀਂ, ਇੱਥੇ ਗੱਲ ਕੇਵਲ ਤੇ ਕੇਵਲ ਸਚਿਆਰ ਦੀ ਹੈ। ਜਿਵੇਂ ਜਿਵੇਂ ਕੋਈ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦਾ ਸੁਰਤ ਕਰਕੇ, ਜਿਵੇਂ ਜਿਵੇਂ ਬਾਣੀ ਪੜ੍ਹਦਿਆਂ, ਬਾਣੀ ਵਿਚਾਰਦਿਆਂ ਰੱਬ ਦੀ ਸਰਬ ਵਿਆਪਕਤਾ ਦਾ ਗਿਆਨ ਹੁੰਦਾ ਹੈ, ਤਿਵੇਂ ਤਿਵੇਂ ਇਹ ਜੀਵ, ਇਹ ਸਾਡੀ ਸੁਰਤ ਜਿਹੜੀ ਹੈ ਜਾਂ ਸਾਡੀ ਆਤਮਾ, ਇਹ ਸਰਬ ਵਿਆਪਕ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ। ਜਿਹੜਾ ਗੁਰਮਤਿ ਨੇ ਪਰਮੇਸ਼ਰ ਦੱਸਿਆ ਹੈ, ਉਸ ਪਰਮੇਸ਼ਰ ਦਾ ਕੋਈ ਹੱਦ ਬੰਨਾ ਨਹੀਂ। ਸਾਰੀ ਕੁਦਰਤ ਵਿੱਚ ਉਹ ਕਾਦਰ ਵਰਤ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੋ। ਬਾਬਾ ਫਰੀਦ ਸਾਹਿਬ ਸੂਫੀ ਫਕੀਰ, ਮੁਸਲਮਾਨ ਫਕੀਰ, ਰੱਬੀ ਦਰਵੇਸ਼, ਜਿਨ੍ਹਾਂ ਨੇ ਖੁਦਾ ਦਾ ਜਦੋਂ ਗਿਆਨ, ਇਲਮ ਪ੍ਰਾਪਤ ਕੀਤਾ, ਉਹਨਾਂ ਨੂੰ ਇਹ ਬਚਨ ਕਹਿਣੇ ਪਏ ਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਕੁਦਰਤ ਕਾਦਰ ਦੇ ਵਿੱਚ ਹੈ ਤੇ ਕਾਦਰ ਕੁਦਰਤ ਦੇ ਵਿੱਚ ਹੈ। ਮਾੜਾ ਕਿਹਨੂੰ ਕਹੀਏ ਜਦੋਂ ਪਰਮਾਤਮਾ ਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਪਰਮਾਤਮਾ ਸਰਬ ਵਿਆਪਕ ਹੈ, ਘਟ ਘਟ ਦੇ ਵਿੱਚ ਵਸਿਆ ਹੋਇਆ ਹੈ। ਆਪਾਂ ਬਾਣੀ 'ਚੋਂ ਬਚਨ ਪੜ੍ਹਨੇ ਆ, ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਜਿਹੜੇ ਜਗਿਆਸੂ ਵੀਰ ਭੈਣਾਂ ਬਜ਼ੁਰਗ 16 ਸਾਹਿਬ ਪਾਵਨ ਬਾਣੀ ਦਾ ਪਾਠ ਕਰਦੇ ਨੇ, ਉਹਨਾਂ ਨੂੰ ਗਿਆਨ ਹੋਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸ਼ਬਦ ਧਨਾਸਰੀ ਰਾਗ ਦਾ ਹੈ, ਗਗਨਮੈ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਇਸ ਪਾਵਨ ਸ਼ਬਦ ਦੇ ਅੰਦਰ ਅੱਗੇ ਜਾ ਕੇ ਮੇਰੇ ਸਤਿਗੁਰੂ ਕੀ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਨੇ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧਿ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਇਹ ਸਮਝ ਆਉਂਦੀ ਕਿੱਥੋਂ ਹੈ? ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਖੀ ਮੀਨਿੰਗ ਸਿੱਖਿਆ, ਗੁਰੂ ਦੀ ਸਿੱਖਿਆ, ਗੁਰੂ ਦੇ ਗਿਆਨ ਤੋਂ ਸਰਬ ਵਿਆਪਕ ਜਿਹੜੀ ਜੋਤ ਹੈ, ਘਟ ਘਟ ਦੇ ਵਿੱਚ ਜਿਸ ਨੂਰ ਦਾ ਪ੍ਰਕਾਸ਼ ਹੈ, ਜਿਸ ਜੋਤ ਦਾ ਚਾਨਣ ਹੈ, ਉਹਦੇ ਬਾਰੇ ਪਤਾ ਲੱਗਦਾ ਗੁਰੂ ਦੀ ਸਿੱਖਿਆ ਦੇ ਰਾਹੀਂ ਕਿ ਰੱਬ ਘਟ ਘਟ ਦੇ ਵਿੱਚ ਵਿਆਪਕ ਹੈ। ਜਦੋਂ ਇਹ ਅਵਸਥਾ ਬਣਦੀ ਹੈ, ਫਿਰ ਇਹ ਜਗਿਆਸੂ ਕਹਿੰਦਾ ਹੈ ਕਿ ਸਹਿਸ ਤਵ ਨੈਣ,
हे परमात्मा तेरियां हज़ारां अखां हन, नन नैन है तोहे को तेरा एक भी नेत्र नहीं है। गुरमत कहती है रब दे दो स्वरूप निर्गुण ते सरगुण। सरगुण स्वरूप ये सारा संसार आपां देख रहे हैं, ये विस संसार तुम देखदे, ये हर का रूप है, हर रूप नदरी आया। ये संसार परमेश्वर का रूप है। गुरु नानक साहब महाराज कहते ने सहस मूरत नना एक तो ही, दाता तेरियां हज़ारां मूरतां ने ते तेरी एक भी मूरत नहीं है। आ जिन्नियां मूरतां आपां देख रहे हैं, शरीर आपां देख रहे हैं, कुदरत दे आकार देख रहे हैं, ये सारे परमात्मा दे आकार हन। पर जदों इन्हां तो उपर उठ जाईदा फिर निराकार है, उस रब का कोई आकार नहीं। जदों अभेदता हो जाए उहदा कोई आकार नहीं। नदी का, दरिया का, किसी नाले का, किसी वहण का कोई आकार है, पर समुंदर तो बहुत विशाल है। जदों वो दरिया वो नदी समुंदर दे विच जाके मिल जाए उहदा ते कोई था ही नहीं है, हर पासे समुंदर नज़र ही आएगा। इसे तरह गुरु प्यार वालिओ जदों परमात्मा की बंदगी करदियां करदियां अकाल पुरख वाहिगुरू जी दे विच अभेदता की अवस्था बनती है, उत्थे जाके रब सर्व व्यापक नज़र ही आएगा। वंड वितकरे मिट जाते हैं। नामदेव जी का शब्द गुरु ग्रंथ साहिब महाराज जी के अंदर आउंदा है। साहिब गुरु पातशाह जी कहते ने एक अनेक व्यापक पूरक जत देखो तत सोई। जिस पासे भी देखते हैं उधर ही परमात्मा नज़र ही आउंदा है एक, पर व्यापक अनेकता दे विच। एक अनेक व्यापक पूरक जत देखो तत सोई। जे नज़री नहीं पै रहा तो नामदेव जी कहते ने माया चित्र विचित्र विमोहित बिरला बूझै कोई, सब गोबिंद है सब गोबिंद है, गोबिंद बिन नहीं कोई। हर पासे परमात्मा रब ही रब है, परमात्मा तो बिना कोई दूजा नहीं। नामदेव जी ने परमेश्वर को संबोधन किया, आओ कलंदर केसवा। ये कलंदर इस्लामक लफज है। एक फकीरां दा फिरका जिन्हों कलंदर कहा जाता है। ऐसी विद्वानां दी विचार है, जुल्फां वाले फकीर, केसां वाले फकीर इस्लाम दे विच। हुण तो एक फैशन जिहा चल पिया ना कि केस कटा के केसां दी बेदबी। इस्लाम दे विच भी मुसलमान वीर भी केस कटाउंदे ने, पर बहुत सारे अज भी ऐसे इस्लाम दे विच फिरके हन पीरां दे जिहड़े केसाधारी हन। केसाधारी मुसलमान। बाबा फरीद साहब जी दी बेशक तस्वीर मनोकल्पित है, गुरमत तस्वीरां 'च विश्वास नहीं रखती, पर तस्वीर बनाउण वाला बाबा फरीद साहब जी तस्वीर केसां समेत बनाउंदा है, केसां तो बिना नहीं। केसाधारी बाबा फरीद साहब जी। भगत साहिबान जी की कोई तस्वीर देख लो, बेशक तस्वीरां मनोकल्पन ने, चित्रकार बनाउंदा है, तसवर बनाउंदा है, तस्वीरां तैयार करदा है, पर जिन्ने भी भगत साहिबान ने सारे केसाधारी हन। और गुरु साहिब की पवित्र बाणी के अंदर, भगत साहिबान की पावन बाणी के अंदर केसां का जिक्र बहुत वार आउंदा है। आ नामदेव जी का जिहड़ा बचन है, आओ कलंदर केसवा। केसवा का मीन केसां वाला, जिन्हों कबीर साहब ने जिन्हां बारे ये जिक्र किया सलोकां विच, कबीर केसो केसो कूकीए ना सोईए आसार, रात दिवस के कूक ने कबहू के सुने पुकार। रब केसां वाला है। गुरु ग्रंथ साहिब महाराज जी के पावन बचन ने, सोहणे नक जिन लमड़े वाला।
ਆ ਰੰਗ ਰੂਪ ਜਦੋਂ ਆਪਾਂ ਦੇਖਦੇ ਹਾਂ, ਕਿਸੇ ਦਾ ਸੋਹਣਾ ਨੱਕ ਹੋਵੇ, ਨੈਣ ਨਕਸ਼, ਅਸੀਂ ਕਹਿੰਦੇ ਦੇਖੋ ਰੱਬ ਨੇ ਕਿੰਨਾ ਸੋਹਣਾ ਰੂਪ ਦਿੱਤਾ ਹੈ। ਇਹ ਰੂਪ ਕਿਸ ਦਾ ਹੈ? ਪਰਮਾਤਮਾ ਦਾ। ਲੰਬੇ ਕੇਸ ਹੋਵਣ, ਸੋਹਣੀਆਂ ਜ਼ੁਲਫਾਂ ਹੋਵਣ, ਅਸੀਂ ਕਹਿੰਦੇ ਹਾਂ ਦੇਖੋ ਰੱਬ ਨੇ ਕਿੰਨੇ ਸੋਹਣੇ ਕੇਸ ਦਿੱਤੇ ਨੇ। ਇਹ ਰੂਪ ਕਿਸ ਦਾ ਹੈ? ਪਰਮਾਤਮਾ ਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਹੁਤ ਥਾਵਾਂ 'ਤੇ ਕੇਸਾਂ ਦਾ ਜ਼ਿਕਰ ਹੈ। ਦਸਤਾਰ ਦਾ, ਪੱਗ ਦਾ ਜ਼ਿਕਰ ਬਹੁਤ ਥਾਵਾਂ 'ਤੇ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰੈ ਕਾਗ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ। ਪੱਗ ਔਰ ਨਾਮਦੇਵ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਵੀ ਆਪਾਂ ਬਚਨ ਪੜ੍ਹ ਸਕਦੇ ਹਾਂ। ਉਹ ਪਰਮਾਤਮਾ ਦੇ ਲਈ ਪਗੜੀ ਸ਼ਬਦ ਵਰਦੇ ਨੇ ਕਿ ਰੱਬ ਨੇ ਪਗੜੀ ਬੱਧੀ ਹੋਈ ਹੈ। ਦਸਤਾਰ, ਪੱਗ, ਪਗੜੀ, ਪਾਗ, ਸਾਬਤ ਸੂਰਤ, ਦਸਤਾਰ ਸਿਰਾ। ਦਸਤਾਰ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਕੇਸਾਂ ਤੋਂ ਬਿਨਾਂ ਦਸਤਾਰ ਬੱਝ ਹੀ ਨਹੀਂ ਸਕਦੀ, ਕੇਸਾਂ ਤੋਂ ਬਿਨਾਂ ਪੱਗ ਸਿਰ ਤੇ ਟਿਕੇਗੀ ਨਹੀਂ। ਇਸ ਵਾਸਤੇ ਭਗਤ ਜੀ ਨੇ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ ਕਿ ਪਰਮਾਤਮਾ ਕੇਸਾਂ ਵਾਲਾ ਹੈ। ਆਓ ਕਲੰਦਰ ਕੇਸਵਾ, ਹੇ ਸੋਹਣੀਆਂ ਜ਼ੁਲਫਾਂ ਦੇ ਮਾਲਕ, ਹੇ ਸੋਹਣੇ ਕੇਸਾਂ ਵਾਲੇ ਫਕੀਰ ਪਰਮਾਤਮਾ ਖੁਦਾ, ਆਓ ਜੀ ਆਇਆਂ ਨੂੰ ਮੇਰੇ ਹਿਰਦੇ ਦੇ ਵਿੱਚ ਬਿਰਾਜਮਾਨ ਹੋ। ਕਰ ਅਬਦਾਲੀ ਭੇਸਵਾ। ਅਬਦਾਲੀ ਸ਼ਬਦ ਇਤਿਹਾਸ ਦੇ ਵਿੱਚ ਜਦੋਂ ਅਸੀਂ ਪੜ੍ਹਨੇ ਹਾਂ ਤਾਂ ਬਹੁਤ ਮਾੜਾ ਸ਼ਬਦ ਵਰਤਿਆ ਜਾਂਦਾ ਹੈ। ਅਬਦਾਲੀ, ਅਹਿਮਦ ਸ਼ਾਹ ਅਬਦਾਲੀ, ਘੱਲੂਘਾਰੇ ਵਾਪਰੇ ਸਿੱਖ ਇਤਿਹਾਸ ਦੇ ਵਿੱਚ। ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ। ਪਾਵਨ ਅਸਥਾਨ ਹਰਿਮੰਦਰ ਸਾਹਿਬ ਨੂੰ ਤੋਪ ਦੇ ਗੋਲੇ ਨਾਲ ਉਡਾਉਣ ਦਾ ਯਤਨ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ। ਕੋਪਰਹੀੜਾ ਮੈਦਾਨ ਮਲੇਰ ਕੋਟਲੇ ਦੇ ਨੇੜੇ ਇੱਕ ਦਿਨ ਦੇ ਵਿੱਚ 30-35 ਹਜ਼ਾਰ ਸਿੰਘ ਸਿੰਘਣੀਆਂ ਤੇ ਭੁਜੰਗੀਆਂ ਨੂੰ ਸ਼ਹੀਦ ਕਰਨ ਵਾਲਾ ਅਹਿਮਦ ਸ਼ਾਹ ਅਬਦਾਲੀ। ਜਦੋਂ ਅਸੀਂ ਉਹਦਾ ਨਾਮ ਪੜ੍ਹਨੇ, ਅਬਦਾਲੀ ਸ਼ਬਦ ਹੀ ਜਦੋਂ ਆਉਂਦਾ ਹੈ ਨਾ, ਤੇ ਸੁਤੇ ਸਿੱਧੀ ਸਾਡਾ ਧਿਆਨ ਜਾਏਗਾ ਕੋਈ ਅਹਿਮਦ ਸ਼ਾਹ ਅਬਦਾਲੀ ਹੈ। ਪਰ ਅਬਦਾਲ ਇੱਕ ਫਕੀਰਾਂ ਦਾ ਫਿਰਕਾ ਹੈ। ਇਸਲਾਮ ਦੇ ਵਿੱਚ ਤਕਰੀਬਨ ਵਿਦਵਾਨਾਂ ਦੀ ਵਿਚਾਰ ਹੈ 5 ਤਰ੍ਹਾਂ ਦੇ ਫਕੀਰ ਪੀਰ ਮੰਨੇ ਗਏ ਨੇ, ਜਿਵੇਂ ਗੌਸ ਔਰ ਇਸੇ ਤਰ੍ਹਾਂ ਅਬਦਾਲ, ਸ਼ੇਖ। ਇਹ ਪੀਰਾਂ ਦੀਆਂ ਡਿਗਰੀਆਂ, ਕੈਟਾਗਰੀਆਂ ਆਪਾਂ ਕਹਿ ਲਈਏ। ਅਬਦਾਲ ਵੀ ਇੱਕ ਫਕੀਰਾਂ ਦੀ ਡਿਗਰੀ ਹੈ, ਕੈਟਾਗਰੀ ਹੈ। ਮੈਂ ਇਤਿਹਾਸ 'ਚ ਪੜ੍ਹ ਰਿਹਾ ਸਾਂ, ਅਬਦਾਲੀ ਫਕੀਰ ਜਿਹੜੇ ਨੇ, ਅਬਦਾਲ ਫਕੀਰ, ਇਹ ਸੰਗੀਤ ਦੇ ਬੜੇ ਮੁਤਲਾਸ਼ੀ ਹਨ। ਵੈਸੇ ਇਸਲਾਮ ਦੇ ਵਿੱਚ ਰਾਗ ਹਰਾਮ ਹੈ, ਰਾਗ ਨੂੰ ਚੰਗਾ ਨਹੀਂ ਮੰਨਿਆ ਗਿਆ। ਮਸੀਤ ਦੇ ਵਿੱਚ ਰਾਗ ਨਹੀਂ ਕਦੇ ਗਾਇਆ ਜਾਂਦਾ। ਬੇਸ਼ੱਕ ਇਸਲਾਮ ਦੇ ਵਿੱਚ ਮੁਸਲਮਾਨ ਵੀਰ ਬੜੇ ਤੁਰੰਤ ਰਾਗੀ ਹਨ, ਬੜੇ ਮਹਾਨ ਗਵਈਏ ਨੇ, ਕਵਾਲੀਆਂ ਗਾਉਂਦੇ ਨੇ। ਪੀਰਾਂ ਦੀਆਂ ਦਰਗਾਹਾਂ 'ਤੇ, ਕਬਰਾਂ 'ਤੇ ਕਵਾਲੀਆਂ 'ਤੇ ਗਾਈਆਂ ਜਾਂਦੀਆਂ ਨੇ, ਪਰ ਮਸੀਤ ਦੇ ਵਿੱਚ ਰਾਗ ਨਹੀਂ ਗਾਇਆ ਜਾਂਦਾ। ਇਸਲਾਮ ਦੇ ਵਿੱਚ ਰਾਗ ਮਨ੍ਹਾ ਹੈ। ਔਰੰਗਜ਼ੇਬ ਬਾਦਸ਼ਾਹ ਨੇ ਰਾਗ ਦੀ ਅਰਥੀ ਵੀ ਕਢਵਾਈ ਕਿਸੇ ਵੇਲੇ। ਜਦੋਂ ਰਾਗੀ ਗਵਈਏ ਦੁਖੀ ਹੋ ਗਏ, ਰਾਗ ਸੁਣਨ ਵਾਲਾ ਕੋਈ ਨਹੀਂ, ਤੇ ਔਰੰਗਜ਼ੇਬ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ, ਖਿੱਚਣ ਦੇ ਲਈ, ਕਿ ਸ਼ਾਇਦ ਬਾਦਸ਼ਾਹ ਦੇ ਮਨ ਵਿੱਚ ਰਾਗ ਪ੍ਰਤੀ ਹਮਦਰਦੀ ਪੈਦਾ ਹੋ ਜਾਏ, ਗਵਈਆਂ ਨੇ ਇਕੱਠਿਆਂ ਹੋ ਕੇ ਨਾ ਰਾਗ ਦੀ ਅਰਥੀ ਤਿਆਰ ਕੀਤੀ। ਲੈ ਕੇ ਤੁਰੇ ਜਾ ਰਹੇ ਸਨ। ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਿਆ, ਕਹਿਣ ਲੱਗਾ ਕੌਣ ਨੇ? ਕਹਿਣ ਲੱਗੇ ਜੀ ਗਵਈਏ। ਇਹ ਕੀ ਲੈ ਕੇ ਜਾ ਰਹੇ ਨੇ? ਕਹਿੰਦੇ ਰਾਗ ਦੀ ਅਰਥੀ। ਕਿਉਂ? ਕਹਿੰਦੇ ਇਹ ਰਾਗ ਨੂੰ ਦਫਨਾਉਣ ਚੱਲੇ ਨੇ, ਕਿਉਂਕਿ ਰਾਗ 'ਤੇ ਬੈਨ ਲੱਗ ਗਏ, ਪਾਬੰਦੀ ਲੱਗ ਗਈ। ਅਤੇ ਔਰੰਗਜ਼ੇਬ ਦੇ ਸ਼ਬਦ ਪਤਾ ਕੀ ਸੀ ਅੱਗੋਂ? ਕਹਿਣ ਲੱਗਾ ਕਿ ਇਹਨਾਂ ਲੋਕਾਂ ਨੂੰ ਇਹ ਗੱਲ ਮੇਰੇ ਵੱਲੋਂ ਕਹਿ ਦਿਓ ਕਿ ਇਸ ਮਨਹੂਸ ਨੂੰ ਇੰਨਾ ਡੂੰਘਾ ਦਬਾਇਓ ਕਿ ਇਹ ਕਿਸੇ ਦੀ ਜ਼ੁਬਾਨ 'ਤੇ ਫਿਰ ਨਾ ਆ ਜਾਏ। ਰਾਗ ਇੰਨਾ ਮਾੜਾ ਹੈ।
ਪਰ ਹਿਸਟਰੀ ਇਹ ਵੀ ਕਹਿੰਦੀ ਹੈ ਕਿ ਜਿਹੜੇ ਅਬਦਾਲ ਫਕੀਰ ਨੇ ਉਹ ਸੰਗੀਤ ਦੇ ਬੜੇ ਮੁਤਲਾਸ਼ੀ ਹਨ। ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਵੀ ਐਸਾ ਜ਼ਿਕਰ ਹੈ ਕਿ ਅਬਦਾਲਾਂ ਦੇ ਕੋਲੋਂ ਸੰਗੀਤ ਸੁਣਾਉਣ ਦੇ ਲਈ ਹਜ਼ਰਤ ਮੁਹੰਮਦ ਸਾਹਿਬ ਆਪਣੀ ਸੁਪਤਨੀ ਬੀਬੀ ਆਇਸ਼ਾ ਨੂੰ ਉਹਨਾਂ ਦੇ ਦਰ 'ਤੇ ਲਿਜਾਇਆ ਕਰਦੇ ਸਨ ਸੰਗੀਤ ਸੁਣਾਉਣ ਦੇ ਲਈ। ਖੈਰ, ਜਿਹੜਾ ਅਬਦਾਲੀ ਸ਼ਬਦ ਵਰਤਿਆ, ਕਰ ਅਬਦਾਲੀ ਭੇਸਵਾ, ਇੱਥੇ ਅਹਿਮਦ ਸ਼ਾਹ ਅਬਦਾਲੀ ਦਾ ਭੇਸ ਨਹੀਂ ਹੈ। ਕਦੇ ਸਾਡਾ ਧਿਆਨ ਚੱਲ ਜਾਏ ਕਿ ਰੱਬ ਅਬਦਾਲੀ ਦਾ ਭੇਸ ਧਾਰਨ ਕਰਕੇ ਆਇਆ, ਜਿਹਨੇ ਪਾਵਨ ਅਸਥਾਨ ਹਰਿਮੰਦਰ ਸਾਹਿਬ 'ਤੇ ਵੀ ਅਟੈਕ ਕੀਤਾ ਅਤੇ 30-35 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਬੱਚੇ ਵੀ ਸ਼ਹੀਦ ਕੀਤੇ। ਨਹੀਂ, ਇਹ ਅਬਦਾਲੀ ਇੱਕ ਫਕੀਰਾਂ ਦਾ ਫਿਰਕਾ ਹੈ, ਫਕੀਰ ਨੇ। ਜਿਵੇਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ, ਅੱਜ ਸਾਡੇ ਵਿੱਚ ਵੀ ਸਿੱਖ ਪੰਥ ਦੇ ਵਿੱਚ ਜਿਵੇਂ ਵੱਖਰੀਆਂ ਕੈਟਾਗਰੀਆਂ ਬਣ ਗਈਆਂ, ਸੰਪਰਦਾਵਾਂ ਬਣ ਗਈਆਂ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨੇ। ਫਕੀਰ ਨੇ, ਕੋਈ ਗੌਂਸ ਹੈ, ਕੋਈ ਸ਼ੇਖ ਹੈ ਅਤੇ ਕੋਈ ਅਬਦਾਲ ਹੈ ਇਤਿਆਦਿਕ। ਭਗਤ ਨਾਮਦੇਵ ਜੀ ਪਰਮਾਤਮਾ ਨੂੰ ਮੁਖਾਤਬ ਹੁੰਦੇ ਨੇ ਕਿ ਹੇ ਪਰਮਾਤਮਾ, ਤੇਰੇ ਸਾਰੇ ਹੀ ਰੂਪ ਹਨ, ਤੂੰ ਸਾਰੇ ਰੰਗਾਂ ਦੇ ਵਿੱਚ ਵਰਤਦਾ ਹੈ। ਜਿਵੇਂ ਗੁਰਮਤਿ ਕਹਿੰਦੀ ਹੈ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਗੁਰਮਤਿ ਸਾਨੂੰ ਕਹਿੰਦੀ ਹੈ ਕਿ ਜਾਣੋ ਜੋਤ, ਨਾ ਪੁੱਛੋ ਜ਼ਾਤੀ, ਆਗੇ ਜ਼ਾਤ ਨਾ ਹੈ। ਗੁਰਮਤਿ ਕਹਿੰਦੀ ਹੈ ਕਿ ਜੋਤ ਦੇ ਨਾਲ ਜੁੜਨਾ, ਜ਼ਾਤ ਦੇ ਨਾਲ ਨਹੀਂ, ਆਕਾਰ ਦੇ ਨਾਲ ਨਹੀਂ, ਆਕਾਰ ਤੋਂ ਚੱਲ ਕੇ ਨਿਰਾਕਾਰ ਦੇ ਨਾਲ ਜੁੜਨਾ ਹੈ। ਐਸਾ ਸਮਝ ਲਈ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਹੋਰ ਤੁਹਾਡੇ ਸਾਹਮਣੇ ਰੱਖਦੇ ਹਾਂ। ਬੀਜ ਤੋਂ ਦਰਖਤ ਪੈਦਾ ਹੁੰਦਾ ਹੈ, ਬੀਜ ਦੇ ਵਿੱਚੋਂ ਦਰਖਤ ਰੁੱਖ ਹੈ। ਰੁੱਖ ਦੀਆਂ ਕਿੰਨੀਆਂ ਟਾਹਣੀਆਂ ਨੇ, ਰੁੱਖ ਦੀਆਂ ਟਾਹਣੀਆਂ ਨੂੰ ਕਿੰਨੇ ਪੱਤੇ ਲੱਗੇ ਨੇ, ਕਿੰਨੇ ਫੁੱਲ ਲੱਗੇ ਨੇ, ਕਿੰਨੇ ਫਲ ਲੱਗੇ ਨੇ। ਪਰ ਜਦੋਂ ਰੁੱਖ ਦੀ ਸੰਪੂਰਨਤਾ 'ਤੇ ਜਾਵਾਂਗੇ, ਫਲ ਦੇ ਵਿੱਚ ਆਇਆ ਹੋਇਆ ਬੀਜ, ਉੱਥੇ ਜਾ ਕੇ ਰੁੱਖ ਦੀ ਮੁਕੰਮਲਤਾ ਹੈ ਕਿ ਇੱਥੇ ਰੁੱਖ ਸੰਪੂਰਨ ਹੋ ਗਿਆ।